ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਧਨ ਅਣਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆਰੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰ ਪਾਸ ਨ ਪਰਿਆਰੀ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਪਾਵਨ ਮਿੱਠੀ ਗੋਦ ਦਾ ਨਿਗਮਨ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਤੇ ਮੀਡੀਆ ਦੇ ਰਾਹੀਂ ਸੰਸਾਰ ਤੋਂ ਵਿਸ਼ਵ ਭਰ ਤੋਂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਚਰਨਾਂ ਨਾਲ ਜੁੜ ਬੈਠੀ ਸਮੁੱਚੀ ਸਾਧ ਸੰਗਤ ਜੀਓ। ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਉਸ ਗੁਰਦੇਵ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲਵਾਈਏ। ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਪਿਆਰ ਸਹਿਤ ਮੁਖ ਚੋਂ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਕੱਲ੍ਹ ਆਪਾਂ ਜਪਜੀ ਸਾਹਿਬ ਜੀ ਦੀ ਦੂਸਰੀ ਪੌੜੀ ਦੇ ਵਿਚਾਰ ਸਰਵਣ ਕੀਤੇ ਸਨ, ਜਿਸ ਵਿੱਚ ਅਸੀਂ ਇਹ ਸਰਵਣ ਕੀਤਾ ਸੀ ਕਿ ਜੋ ਸਭ ਕੁਛ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਕਿ ਉਸ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਰਿਹਾ। ਜੋ ਅੱਜ ਸੰਸਾਰ ਨੂੰ ਕਰੋਨਾ ਨਾਮ ਦੀ ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਇਹ ਸਭ ਕੁਛ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਕਿਉਂਕਿ ਅੱਜ ਪੂਰੇ ਵਰਲਡ ਦੀ ਸਾਇੰਸ, ਸਾਰੀਆਂ ਸਰਕਾਰਾਂ ਪੂਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਪੂਰਾ ਜ਼ੋਰ ਲਗਾ ਰਹੀਆਂ ਹਨ ਕਿ ਇਸ ਬਿਮਾਰੀ ਤੋਂ ਕਿਸੇ ਤਰੀਕੇ ਨਾਲ ਨਿਜਾਤ ਮਿਲ ਸਕੇ, ਪਰ ਅਜੇ ਤੱਕ ਕੋਈ ਸਫਲ ਨਹੀਂ ਹੋਇਆ। ਇਸ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਸਾ ਦੀ ਵਾਰ ਵਿੱਚ ਇਸ ਤਰ੍ਹਾਂ ਫਰਮਾਨ ਕੀਤਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ, ਕਿ ਸਾਰਿਆਂ ਨੇ ਆਪੋ ਆਪਣੀਆਂ ਛਾਲਾਂ ਮਾਰੀਆਂ ਹਨ, ਭਾਵ ਕੋਸ਼ਿਸ਼ਾਂ ਕੀਤੀਆਂ ਹਨ, ਪਰ ਜੋ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਭਾਉਂਦਾ ਹੈ, ਜੋ ਉਸ ਦੇ ਹੁਕਮ ਵਿੱਚ ਹੈ ਉਹੀ ਹੋ ਰਿਹਾ ਹੈ। ਕੱਲ੍ਹ ਆਪਾਂ ਸਰਵਣ ਕੀਤਾ ਸੀ ਕਿ ਜਿਸ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਮਝ ਲਿਆ, ਮੰਨ ਲਿਆ, ਉਸ ਦੇ ਮਨ ਵਿੱਚੋਂ ਹਉਮੈ ਰੂਪੀ ਮੈਲ ਖਤਮ ਹੋ ਗਈ। ਅਤੇ ਜਿਸ ਦੇ ਮਨ ਵਿੱਚੋਂ ਹਉਮੈ ਰੂਪੀ ਮੈਲ ਖਤਮ ਹੋ ਗਈ ਤਾਂ ਫਿਰ ਉਸ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵਡਿਆਈਆਂ ਨੂੰ ਆਪਣੀ ਆਪਣੀ ਬੁੱਧੀ ਸੋਝੀ ਦੇ ਅਨੁਸਾਰ ਗਾਉਣਾ ਸ਼ੁਰੂ ਕੀਤਾ, ਲਿਖਣਾ ਸ਼ੁਰੂ ਕੀਤਾ, ਜਿਹਨੂੰ ਆਪਾਂ ਅੱਜ ਤੀਸਰੀ ਪੌੜੀ ਦੇ ਵਿੱਚ ਸਰਵਣ ਕਰਾਂਗੇ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਦਾਤ ਜਾਣੈ ਨੀਸਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ
गावै को जापै दिसै दूर। गावै को वेखै हादरा हदूर। कथना कथी न आवै तोट। कथ कथ कथी कोटि कोट कोट। देंदा दे लैंदे थक पाहे। जुगा जुगंतर खाही खाही। हुक्मी हुक्म चलाए राह। नानक विगसै वे ਪ੍ਰਵਾਹ। ਇਹ ਜੋ ਵਡਿਆਈਆਂ ਹਨ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹਨ। ਇਸ ਨੂੰ ਜਿੰਨੀ ਕਿਸੇ ਨੂੰ ਸੂਝੀ ਬਖਸ਼ੀ ਉਸ ਦੇ ਅਨੁਸਾਰ ਲਿਖਣਾ ਸ਼ੁਰੂ ਕੀਤਾ। ਗਾਵੈ ਕੋ ਤਾਨ ਹੋਵੈ ਕਿਸੈ ਤਾਨ। ਤਾਨ ਤੋਂ ਭਾਵ ਹੈ ਬਲ ਸ਼ਕਤੀ। ਕੋਈ ਗਾ ਰਿਹਾ ਹੈ ਕਿ ਉਹ ਵਾਹਿਗੁਰੂ ਬਲ ਹੈ ਸ਼ਕਤੀ ਹੈ। ਉਹ ਵਾਹਿਗੁਰੂ ਦੁਆਰਾ ਬਣਾਈ ਸ੍ਰਿਸ਼ਟੀ ਨੂੰ ਦੇਖ ਕੇ ਕਹਿ ਰਿਹਾ ਹੈ ਕਿ ਉਸ ਨੂੰ ਤੂੰ ਤਾਕਤ ਬਖਸ਼ੀ ਹੈ। ਉਹ ਤਾਂ ਗਾ ਰਿਹਾ ਹੈ ਕਿਉਂਕਿ ਉਸ ਦੀ ਬਖਸ਼ ਤੋਂ ਬਿਨਾਂ ਗਾਇਆ ਵੀ ਨਹੀਂ ਜਾ ਸਕਦਾ। ਜਿਸ ਨੂੰ ਉਹ ਵਾਹਿਗੁਰੂ ਬਖਸ਼ਿਸ਼ ਕਰਦਾ ਹੈ ਉਹ ਬਲ ਸ਼ਕਤੀ ਦਿੰਦਾ ਹੈ ਉਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰ ਸਕਦਾ ਹੈ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਕੋਈ ਗਾਉਂਦਾ ਹੈ ਕਿ ਜੋ ਤੂੰ ਉਸ ਨੂੰ ਦਾਤਾਂ ਬਖਸ਼ੀਆਂ ਹੋਈਆਂ ਹਨ ਕੋਠੀਆਂ ਕਾਰਾਂ ਵਿੱਦਿਆ ਪੁੱਤਰਾਂ ਧੀਆਂ ਮਾਇਆ ਆਦਿ ਕਿ ਇਹ ਵਾਹਿਗੁਰੂ ਇਹ ਤੇਰੀ ਦਾਤ ਹੈ। ਕੋਈ ਇਸ ਤਰ੍ਹਾਂ ਉਸ ਵਾਹਿਗੁਰੂ ਦੀ ਵਡਿਆਈ ਕਰ ਰਿਹਾ ਹੈ। ਆਪਾਂ ਆਮ ਦੇਖਦੇ ਹਾਂ ਕਿ ਦੋ ਸਕੇ ਭਰਾ ਦੁਨਿਆਵੀ ਤੌਰ 'ਤੇ ਬਰਾਬਰ ਨਹੀਂ ਹੁੰਦੇ। ਇੱਕ ਬਹੁਤ ਅਮੀਰ ਹੋ ਸਕਦਾ ਹੈ ਅਤੇ ਦੂਜਾ ਬਹੁਤ ਗਰੀਬ ਹੋ ਸਕਦਾ ਹੈ। ਗੁਰੂ ਸਾਹਿਬ ਕਹਿ ਰਹੇ ਹਨ ਕਿ ਇਹ ਸਭ ਦਾਤਾਂ ਉਸ ਵਾਹਿਗੁਰੂ ਦੀ ਨਿਸ਼ਾਨੀ ਸਮਝ ਕੇ ਉਸ ਦਾ ਸ਼ੁਕਰਾਨਾ ਕਰਿਆ ਕਰੋ। ਗਾਵੈ ਕੋ ਗੁਣ ਵਡਿਆਈਆਂ ਚਾਰ। ਚਾਰ ਤੋਂ ਭਾਵ ਦੋ ਅਰਥ ਹਨ। ਇੱਕ ਚਾਰ ਤੋਂ ਭਾਵ ਗਿਣਤੀ ਹੈ। ਦੂਸਰਾ ਚਾਰ ਦਾ ਅਰਥ ਹੈ ਸੁੰਦਰਤਾ। ਕੋਈ ਗਾ ਰਿਹਾ ਹੈ ਕਿ ਹੇ ਪ੍ਰਮਾਤਮਾ ਤੇਰੀਆਂ ਵਡਿਆਈਆਂ ਗੁਣਾਂ ਨੂੰ ਵੇਖ ਕੇ ਤੇਰੀ ਵਡਿਆਈ ਕਰ ਰਿਹਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਜੋ ਮਿੱਠ ਬੋਲੜਾ ਹੈ ਕੋਈ ਗਾ ਰਿਹਾ ਹੈ ਕਿ ਵਾਹਿਗੁਰੂ ਪ੍ਰਮਾਤਮਾ ਤੇਰਾ ਬੋਲ ਬਹੁਤ ਮਿੱਠਾ ਹੈ। ਉਹ ਤੇਰੀ ਬੋਲੀ ਦੀ ਵਡਿਆਈ ਕਰ ਰਿਹਾ ਹੈ। ਅਲੱਗ ਅਲੱਗ ਤਰੀਕੇ ਨਾਲ ਵਡਿਆਈਆਂ ਕਰ ਰਹੇ ਹਨ। ਜੋ ਪ੍ਰਮਾਤਮਾ ਦੇ ਕੌਤਕ ਸ਼ਕਤੀਆਂ ਨੂੰ ਵੇਖਦਾ ਹੈ ਉਸ ਦੇ ਅਨੁਸਾਰ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਗਾ ਰਿਹਾ ਹੈ। ਗਾਵੈ ਕੋ ਵਿੱਦਿਆ ਵੇਖਮ ਵਿਚਾਰ। ਕੋਈ ਔਖੀ ਕਠਿਨ ਵਿੱਦਿਆ ਦੀ ਵਿਚਾਰ ਕਰਕੇ ਭਾਵ ਜੋ ਪੁਰਾਣ ਸ਼ਾਸਤਰ ਉਹਨਾਂ ਦੀ ਜਿਨ੍ਹਾਂ ਨੇ ਵਿਚਾਰ ਕੀਤੀ ਹੈ ਉਹ ਉਸ ਪ੍ਰਮਾਤਮਾ ਦੀ ਵਡਿਆਈ ਇਸ ਰੂਪ ਵਿੱਚ ਕਰ ਰਹੇ ਹਨ ਕਿ ਵਾਹਿਗੁਰੂ ਇਹ ਤੇਰੀ ਹੀ ਬਖਸ਼ਿਸ਼ ਹੈ ਤੇਰੀ ਹੀ ਮਿਹਰ ਹੈ ਕਿ ਤੂੰ ਸਾਨੂੰ ਇਹ ਸ਼ਕਤੀ ਬਖਸ਼ੀ ਹੈ ਕਿ ਅਸੀਂ ਇੰਨੀ ਕਠਿਨ ਵਿੱਦਿਆ ਨੂੰ ਗ੍ਰਹਿਣ ਕਰ ਸਕੇ ਹਾਂ। ਗਾਵੈ ਕੋ ਸਾਜ ਕਰੇ ਤਨ ਖੇਹ। ਕੋਈ ਇਸ ਤਰ੍ਹਾਂ ਗਾ ਰਿਹਾ ਹੈ ਕਿ ਇਹ ਵਾਹਿਗੁਰੂ ਪ੍ਰਮਾਤਮਾ ਗਾਵੈ ਕੋ ਸਾਜ ਭਾਵ ਉਸ ਵਾਹਿਗੁਰੂ ਨੇ ਸਰੀਰ ਸਾਜਿਆ ਹੈ ਸਰੀਰ ਬਣਾਇਆ ਹੈ ਜੋ ਬਹੁਤ ਹੀ ਕੌਤਕ ਦਿਖਾਉਂਦਾ ਹੈ। ਕਰੇ ਤਨ ਖੇਹ ਇਸ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਇੱਕ ਦਿਨ ਇੱਕ ਰਾਜਾ ਫਕੀਰ ਨੂੰ ਮਿਲਣ ਲਈ ਗਿਆ ਤਾਂ ਫਕੀਰ ਨੇ ਆਪਣੇ ਸੇਵਕ ਨੂੰ ਕਿਹਾ ਕਿ ਜੋ ਗਲੀਚਾ ਵਿਛਾਇਆ ਹੈ ਇਸ ਨੂੰ ਚੁੱਕ ਦਿਓ।
ਰਾਜੇ ਨੂੰ ਥੱਲੇ ਬਿਠਾਉਣਾ ਹੈ। ਰਾਜਾ ਆਇਆ, ਰਾਜੇ ਨੇ ਨਮਸਕਾਰ ਕੀਤੀ ਤਾਂ ਫਕੀਰ ਨੇ ਕਿਹਾ ਬੈਠ ਜਾਓ। ਰਾਜੇ ਨੇ ਕੀ ਦੇਖਿਆ ਕਿ ਬੈਠਣ ਲਈ ਕੋਈ ਕੁਰਸੀ ਮੂੜਾ ਵਗੈਰਾ ਨਹੀਂ ਹੈ, ਤਾਂ ਰਾਜੇ ਨੇ ਸੋਚਿਆ ਸ਼ਾਇਦ ਫਕੀਰ ਨੂੰ ਇਹ ਸਮਝ ਨਹੀਂ ਲੱਗੀ ਕਿ ਰਾਜਾ ਆਇਆ ਹੈ। ਤਾਂ ਰਾਜੇ ਨੇ ਦੁਬਾਰਾ ਫਿਰ ਸਲਾਮ ਕੀਤੀ, ਸਲਾਮ ਰਾਜਨ। ਤਾਂ ਫਕੀਰ ਨੇ ਬੋਲਿਆ ਕਿ ਬੈਠ ਜਾਓ। ਰਾਜਾ, ਮੈਂ ਦੇਖ ਲਿਆ ਹੈ, ਮੈਨੂੰ ਪਤਾ ਹੈ ਕਿ ਤੂੰ ਰਾਜਾ ਹੈ, ਬੈਠ ਜਾਓ। ਤਾਂ ਫਕੀਰ ਥੱਲੇ ਚੌਂਕੜੀ ਮਾਰ ਕੇ ਨਹੀਂ ਬੈਠਾ, ਪੈਰਾਂ ਭਾਰ ਬੈਠ ਗਿਆ। ਫਕੀਰ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਕਿਹਾ, ਇਹ ਰਾਜਾ, ਤੂੰ ਇਸ ਮਾਸ ਦਾ ਮਾਣ ਕਰਦਾ ਹੈ, ਇੱਕ ਦਿਨ ਇਸ ਨੇ ਮਿੱਟੀ ਵਿੱਚ ਰਲਣਾ ਹੈ। ਕੁਝ ਇਸ ਤਰ੍ਹਾਂ ਵਾਹਿਗੁਰੂ ਜੀ ਆਪ ਜੀ ਦੀ ਨਾਸ਼ਵਾਨਤਾ ਨੂੰ ਵੇਖ ਕੇ ਆਪ ਜੀ ਦੀ ਵਡਿਆਈ ਕਰ ਰਹੇ ਹਨ ਕਿ ਜੋ ਸਰੀਰ ਹੈ ਇਸ ਨੇ ਇੱਕ ਦਿਨ ਨਾਸ਼ ਹੋ ਜਾਣਾ ਹੈ। ਗਾਵੇ ਕੋ ਜੀ ਲੈ ਫਿਰ ਦੇਹ, ਹੇ ਪ੍ਰਮਾਤਮਾ, ਕੋਈ ਗਾਉਂਦਾ ਹੈ, ਕੋਈ ਇਸ ਤਰ੍ਹਾਂ ਆਪ ਦੀ ਵਡਿਆਈ ਕਰ ਰਿਹਾ ਹੈ, ਗਾ ਰਿਹਾ ਹੈ ਕਿ ਜਿਹੜਾ ਸਰੀਰ ਖੇ ਭਾਵ ਮਿੱਟੀ ਹੋ ਗਿਆ ਹੈ, ਉਸ ਵਿੱਚੋਂ ਤੂੰ ਜੀ ਭਾਵ ਜਿੰਦ ਨੂੰ ਪਹਿਲਾਂ ਕੱਢ ਲਿਆ ਹੈ, ਫਿਰ ਦੇਹ, ਉਸ ਨੂੰ ਤੂੰ ਫਿਰ ਨਵੀਂ ਦੇਹ ਭਾਵ ਨਵੇਂ ਸਰੀਰ ਵਿੱਚ ਪ੍ਰਵੇਸ਼ ਕਰ ਦਿੱਤਾ ਹੈ। ਕੋਈ ਆਪ ਜੀ ਦੀ ਇਹ ਗੁਣ ਵੇਖ ਕੇ ਆਪ ਜੀ ਦੀ ਵਡਿਆਈ ਕਰ ਰਿਹਾ ਹੈ। ਇਸ ਆਵਾਗਾਉਣ ਦੇ ਚੱਕਰਾਂ ਨੂੰ ਵੇਖ ਕੇ ਆਪ ਜੀ ਦੀ ਵਡਿਆਈ ਕਰ ਰਿਹਾ ਹੈ। ਪਰ ਇੱਥੇ ਇੱਕ ਗੱਲ ਯਾਦ ਰੱਖਿਓ, ਉਸ ਵਾਹਿਗੁਰੂ ਪਰਮਾਤਮਾ ਨੇ ਇੱਕ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਭੁੱਲਣ ਦੀ ਸ਼ਕਤੀ ਦਿੱਤੀ ਹੈ, ਭੁੱਲਣ ਦੀ ਦਾਤ ਦਿੱਤੀ ਹੈ। ਹੁਣ ਆਪ ਸੰਗਤ ਦੀ ਸੋਚਦੇ ਹੋਵੋਗੇ ਕਿ ਭੁੱਲਣਾ ਵੀ ਕੋਈ ਦਾਤ ਹੈ, ਜੋ ਕਿ ਅਸੀਂ ਬਹੁਤ ਵਾਰ ਜੀਵਨ ਦੇ ਵਿੱਚ ਕੁਝ ਐਸੇ ਕਰਮ ਕਰਦੇ ਹਾਂ ਜੋ ਅਸੀਂ ਭੁੱਲ ਜਾਂਦੇ ਹਾਂ। ਜਦੋਂ ਦੁਬਾਰਾ ਸਾਡੇ ਉਹ ਯਾਦ ਆਉਂਦੇ ਹਨ ਤਾਂ ਮਨ ਬਹੁਤ ਦੁਖੀ ਹੁੰਦਾ ਹੈ। ਕਈ ਵਾਰ ਉਹ ਦੁਬਾਰਾ ਤੋਂ ਉਹ ਜੋ ਮਾੜੇ ਕਰਮਾਂ ਨੂੰ ਫਿਰ ਜਾਗ ਉੱਠਦੇ ਹਨ। ਜੋ ਪਹਿਲਾਂ ਕੀਤਾ ਸੀ ਉਸ ਵਾਹਿਗੁਰੂ ਨੇ ਉਸ ਆਤਮਾ ਨੂੰ ਉਹ ਭੁਲਾ ਦਿੱਤਾ ਹੈ। ਜਦੋਂ ਉਹ ਨਵੇਂ ਸਰੀਰ ਵਿੱਚ ਪ੍ਰਵੇਸ਼ ਕੀਤੀ ਤਾਂ ਉਸ ਨੂੰ ਪਿਛਲਾ ਸਭ ਕੁਝ ਭੁੱਲ ਗਿਆ ਹੈ। ਪਰ ਗੁਰਮੁਖ ਪਿਆਰਿਓ, ਇੱਕ ਚੀਜ਼ ਨਹੀਂ ਭੁੱਲਦੀ, ਉਹ ਵਾਹਿਗੁਰੂ ਨੇ ਡਿਲੀਟ ਨਹੀਂ ਕੀਤੀ, ਉਹ ਹੈ ਭਗਤੀ ਵਾਲਾ ਸੰਸਕਾਰ, ਕੀਤਾ ਹੋਇਆ ਸਿਮਰਨ, ਕੀਤੀ ਹੋਈ ਸੇਵਾ, ਜਿਸ ਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਇਸ ਤਰ੍ਹਾਂ ਫਰਮਾਨ ਕਰਦੇ ਹਨ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜੋ ਇਸ ਤੋਂ ਅੱਗੇ ਵਡਿਆਈ ਹੈ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਈ ਇਸ ਤਰ੍ਹਾਂ ਗਾਉਂਦੇ ਹਨ, ਵਾਹਿਗੁਰੂ ਤੂੰ ਬਹੁਤ ਦੂਰ ਹੈ, ਅਤੇ ਕਈ ਇਸ ਤਰ੍ਹਾਂ ਆਪ ਜੀ ਦੀ ਵਡਿਆਈ ਕਰ ਰਹੇ ਹਨ ਕਿ ਤੂੰ ਹਾਜ਼ਰਾ ਹਜ਼ੂਰ ਭਾਵ ਬਹੁਤ ਨੇੜੇ ਹਾਂ, ਬਹੁਤ ਨੇੜੇ ਹੈ। ਜਿਸ ਨੂੰ ਭਗਤ ਰਵਿਦਾਸ ਜੀ ਨੇ ਇਸ ਤਰ੍ਹਾਂ ਲਿਖਿਆ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਇੱਥੇ ਰਵਿਦਾਸ ਜੀ ਬਿਆਨ ਕਰ ਰਹੇ ਕਿ ਪ੍ਰਮਾਤਮਾ ਬਹੁਤ ਦੂਰ ਹੈ। ਅਤੇ ਰਵਿਦਾਸ ਜੀ ਅੱਗੇ ਕੀ ਬਿਆਨ ਕਰ ਰਹੇ ਹਨ, ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ, ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਇੱਥੇ ਵਾਹਿਗੁਰੂ ਦੇ ਨੇੜੇ ਹੋਣ ਦੀ ਵਡਿਆਈ ਕਰ ਰਹੇ ਹਨ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਹੇ ਵਾਹਿਗੁਰੂ, ਅਨੇਕਾਂ ਤੇਰੇ ਭੇਜੇ ਹੋਏ ਮਨੁੱਖ ਜੀਵ ਤੇਰੀ ਵਡਿਆਈ ਨੂੰ
ਅਨੇਕਾਂ ਤਰੀਕਿਆਂ ਨਾਲ ਕਹਿ ਰਹੇ ਹਨ। ਅਨੇਕਾਂ ਤਰੀਕਿਆਂ ਨਾਲ ਆਪ ਜੀ ਦੀ ਵਡਿਆਈ ਕਰ ਕਰਕੇ ਇਸ ਸੰਸਾਰ ਤੋਂ ਚਲੇ ਗਏ ਹਨ। ਕਥਨਾ ਕਥੀ ਨ ਆਵੈ ਤੋਟ, ਪਰ ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਕਥ ਕਥ ਕਥੀ ਕੋਟੀ ਕੋਟ ਕੋਟ, ਹੇ ਵਾਹਿਗੁਰੂ ਤੇਰੀ ਕਥਨੀ ਕਰੋੜਾਂ ਕਰੋੜਾਂ ਵਾਰ ਗਾ ਕੇ ਇਸ ਸੰਸਾਰ ਤੋਂ ਕਰੋੜਾਂ ਹੀ ਚਲੇ ਗਏ ਹਨ, ਪਰ ਕਿਸੇ ਨੇ ਤੇਰੀਆਂ ਰਹਿਮਤਾਂ, ਤੇਰੀਆਂ ਵਡਿਆਈਆਂ, ਤੇਰੀਆਂ ਬਖਸ਼ਿਸ਼ਾਂ ਦਾ ਅੰਤ ਨਹੀਂ ਪਾਇਆ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੇ ਵਾਹਿਗੁਰੂ ਤੂੰ ਮਨੁੱਖ ਨੂੰ ਦਾਤਾਂ ਦੇ ਦੇ ਕੇ ਥੱਕਦਾ ਨਹੀਂ। ਹਰ ਰੋਜ਼ ਬਖਸ਼ਿਸ਼ਾਂ ਕਰ ਰਿਹਾ ਹੈ, ਪਰ ਲੈਣ ਵਾਲੇ ਥੱਕ ਰਹੇ ਹਨ, ਥੱਕ ਗਏ ਹਨ। ਇੱਕ ਮਨੁੱਖ ਕੋਲ ਕਿੰਨੇ ਕਿੰਨੇ ਘਰ ਹਨ, ਪਰ ਰਹਿਣ ਲਈ ਸਿਰਫ ਇੱਕ ਘਰ ਦੀ ਜ਼ਰੂਰਤ ਹੈ, ਪਰ ਵਾਹਿਗੁਰੂ ਫਿਰ ਵੀ ਹਰ ਰੋਜ਼ ਬਖਸ਼ਿਸ਼ਾਂ ਕਰ ਰਿਹਾ ਹੈ, ਹਰ ਰੋਜ਼ ਦੇ ਰਿਹਾ ਹੈ, ਪਰ ਲੈਣ ਵਾਲੇ ਥੱਕ ਰਹੇ ਹਨ। ਆਪਾਂ ਵੇਖੀਏ ਤਾਂ ਜਦੋਂ ਮਨੁੱਖ ਦੇ ਦੰਦ ਚਲੇ ਜਾਂਦੇ ਹਨ ਤਾਂ ਉਸ ਦੇ ਖਾਣ ਲਈ ਘਰ ਵਿੱਚ ਰੋਟੀ ਪਾਣੀ ਸਭ ਕੁਝ ਪਿਆ ਹੈ, ਵਾਹਿਗੁਰੂ ਨੇ ਸਭ ਕੁਝ ਦਿੱਤਾ ਹੈ, ਪਰ ਖਾਣ ਵਾਲੇ ਦੰਦ ਖਾ ਖਾ ਕੇ ਥੱਕ ਗਏ ਹਨ। ਇਹ ਅੱਜ ਤੋਂ ਨਹੀਂ, ਜੁਗਾ ਜੁਗੰਤਰ ਖਾਹੀ ਖਾਹੇ। ਇਹ ਸਾਰੀ ਸ੍ਰਿਸ਼ਟੀ ਮਨੁੱਖ ਦੀ ਸਾਜੀ ਚਰਾਚਰ ਰਚਨਾ, ਜੀਵ ਜੰਤੂ 84 ਲੱਖ ਜੂਨੀ ਉਸ ਵਾਹਿਗੁਰੂ ਦੇ ਦਿੱਤੇ ਹੋਏ ਨੂੰ ਜੁਗਾਂ ਜੁਗੰਤਰਾਂ ਤੋਂ ਖਾ ਰਹੀ ਹੈ, ਖਾਂਦੀ ਆ ਰਹੀ ਹੈ, ਪਰ ਉਹ ਵਾਹਿਗੁਰੂ ਇੰਨਾ ਨਿਰਮਲ ਹੈ, ਉਹ ਅੱਜ ਤੱਕ ਥੱਕਿਆ ਨਹੀਂ। ਉਹਦੇ ਮੱਥੇ ਵਿੱਚ ਕਦੇ ਵੀ ਕੋਈ ਤਿਉੜੀ ਨਹੀਂ ਪਾਈ, ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਹੈ। ਇਹ ਵਾਹਿਗੁਰੂ ਦੀ ਵਡਿਆਈ ਹੈ। ਕੋਈ ਇਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਗਾ ਰਹੇ ਹਨ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੇ ਬੇਪਰਵਾਹ। ਗੁਰੂ ਸਾਹਿਬ ਕਹਿੰਦੇ ਕਿ ਹੇ ਪ੍ਰਮਾਤਮਾ, ਇਹ ਸੰਸਾਰ ਦੀ ਸਾਰੀ ਖੇਡ ਨੂੰ ਤੇਰਾ ਹੁਕਮ ਚਲਾ ਰਿਹਾ ਹੈ। ਆਪਾਂ ਕਿਸੇ ਵਿਅਕਤੀ ਨੂੰ ਇੱਥੇ ਸਟੇ ਕਰਾਉਣਾ ਹੋਵੇ ਤਾਂ ਇੱਕ ਹਫ਼ਤੇ ਰੋਟੀ ਦੇਣ ਤੋਂ ਬਾਅਦ ਇੱਕ ਹਫ਼ਤਾ ਰੋਟੀ ਦੇਣੀ ਪੈ ਜਾਵੇ ਤਾਂ ਆਪਾਂ ਕਹਿੰਦੇ ਹਾਂ, ਹੇ ਭਾਈ ਆਪਣੀ ਕਮਾਓ ਅਤੇ ਖਾਓ। ਹੁਣ ਤੈਨੂੰ ਇੱਕ ਵਾਰ ਅਸੀਂ ਸੈਟਲ ਕਰਨਾ ਸੀ, ਕਰ ਦਿੱਤਾ, ਹੁਣ ਤੁਸੀਂ ਆਪਣੀ ਕਮਾਈ ਕਰੋ ਅਤੇ ਖਾਓ। ਵਾਹਿਗੁਰੂ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਤੂੰ ਜੁਗਾਂ ਜੁਗਾਂ ਤੋਂ ਦੇ ਰਿਹਾ ਹੈ, ਥੱਕਿਆ ਨਹੀਂ। ਨਾਨਕ ਵਿਗਸੈ ਬੇਪਰਵਾਹੋ, ਤੂੰ ਫਿਰ ਵੀ ਖੁਸ਼ ਹੈ, ਕਦੇ ਥੱਕਦਾ ਨਹੀਂ। ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਅੱਜ ਛੁੱਟੀ ਹੈ, ਕਿ ਅੱਜ ਰੋਟੀ ਨਹੀਂ ਮਿਲੇਗੀ। ਹਰ ਜੀਵ ਨੂੰ ਹਰ ਦਿਨ ਖਾਣ ਲਈ ਅਕਾਲ ਪੁਰਖ ਵਾਹਿਗੁਰੂ ਜਿੱਥੇ ਵੀ ਕੋਈ ਜੀਵ ਬੈਠਾ ਹੈ ਉਸ ਦੇ ਖਾਣੇ ਦਾ ਪ੍ਰਬੰਧ ਕਰ ਰਿਹਾ ਹੈ। ਆਪਾਂ ਸਰਵਣ ਕਰਦੇ ਹਾਂ, ਸੈਲ ਪੱਥਰ ਮੈਂ ਜੰਤੋ ਪਾਈ, ਤਾਕਾ ਰਿਜਕ ਤਿਸ ਆਗੇ ਧਰਿਆ। ਭਾਵ ਜੋ ਪੱਥਰਾਂ ਦੇ ਵਿੱਚ ਜੀਵ ਜੰਤੂ ਰਹਿੰਦੇ ਹਨ, ਜਿੱਥੇ ਕੋਈ ਪਹੁੰਚ ਹੀ ਨਹੀਂ ਸਕਦਾ, ਉੱਥੇ ਵੀ ਉਹ ਵਾਹਿਗੁਰੂ ਪਰਮਾਤਮਾ ਉਸ ਜੀਵ ਨੂੰ ਭੋਜਨ ਰਿਜਕ ਖਾਣ ਲਈ ਪਹੁੰਚਾ ਰਿਹਾ ਹੈ। ਸੋ ਸਾਧ ਸੰਗਤ ਜੀਓ, ਅੱਜ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਤੀਸਰੀ ਪੌੜੀ ਦੀ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਪਰਮਾਤਮਾ ਬਖਸ਼ਿਸ਼ ਕਰੇ, ਕਿਰਪਾ ਕਰਨ। ਕੱਲ੍ਹ ਨੂੰ ਆਪਾਂ ਚੌਥੀ ਪੌੜੀ ਦੇ ਵਿਚਾਰ ਕਰਾਂਗੇ। ਅੱਜ ਕਿਰਪਾ ਕਰੋ, ਬਖਸ਼ੋ ਸੀਸ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਦਾਸ ਕੋਈ ਕਥਾਵਾਚਕ ਜਾਂ ਗਿਆਨੀ ਨਹੀਂ ਹੈ। ਦਾਸ ਸਿਰਫ ਆਪਣੇ ਗਿਆਨ ਦੇ ਵਾਧੇ ਲਈ
ਗੁਰਬਾਣੀ ਦੇ ਅਰਥ ਸਮਝ ਰਿਹਾ ਹੈ ਔਰ ਆਪ ਜੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਾਹਿਗੁਰੂ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ, ਆਪਾਂ ਨੂੰ ਮਤ ਬੁੱਧ ਬਖਸ਼ਿਸ਼ ਕਰਨ ਤਾਂ ਕਿ ਆਪਾਂ ਉਸ ਵਾਹਿਗੁਰੂ ਪਰਮਾਤਮਾ ਦੀ ਜੋ ਗੁਰਬਾਣੀ ਹੈ ਉਸ ਦੇ ਅਰਥਾਂ ਨੂੰ ਸਮਝ ਸਕੀਏ, ਕਿਉਂਕਿ ਗੁਰਬਾਣੀ ਨੂੰ ਉਚਾਰਨ ਲਈ, ਸਮਝਣ ਲਈ 3 ਚੀਜ਼ਾਂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਨੰਬਰ 1 ਸ਼ੁੱਧ ਉਚਾਰਨ ਹੋਣਾ, ਨੰਬਰ 2 ਵਿਸ਼ਰਾਮ ਸਹੀ ਹੋਣਾ, ਨੰਬਰ 3 ਅਰਥ ਆਉਂਦੇ ਹੋਣ। ਜੇ ਇਹ 3 ਚੀਜ਼ਾਂ ਮੇਲ ਖਾਂਦੀਆਂ ਹਨ ਤਾਂ ਸਾਨੂੰ ਗੁਰਬਾਣੀ ਪੜ੍ਹਨ ਦਾ ਆਨੰਦ ਜੋ ਆਉਂਦਾ ਹੈ ਉਹ ਅਲੱਗ ਹੀ ਹੈ। ਇਸ ਲਈ ਅੱਜ ਜੋ ਨੌਜਵਾਨ ਪੀੜ੍ਹੀ ਹੈ ਉਹ ਕੀ ਕਹਿ ਰਹੀ ਹੈ ਕਿ ਅਸੀਂ ਗੁਰਦੁਆਰੇ ਜਾਂਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਪਰ ਕੁਝ ਪੱਲੇ ਹੀ ਨਹੀਂ ਪੈ ਰਿਹਾ। ਇਸ ਲਈ ਮੇਰੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਇਸ ਗੁਰਬਾਣੀ ਵਿਚਾਰ ਦੇ ਨਾਲ ਜੋੜੋ। ਅੱਗੇ ਵੀ ਜਿਸ ਵੀ ਤਰੀਕੇ ਨਾਲ ਆਪਾਂ ਜੋੜ ਸਕਦੇ ਹਾਂ ਸੰਗਤਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਆਪਣਾ ਵੀ ਅਤੇ ਸਮੁੱਚੇ ਸੰਸਾਰ ਦਾ ਭਲਾ ਹੋ ਸਕੇ। ਆਪਾਂ ਗੁਰਬਾਣੀ ਦੀ ਸਮਝ ਸਕੀਏ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਪ੍ਰਾਪਤ ਕਰ ਸਕੀਏ, ਆਪਣੇ ਜੀਵਨ ਨੂੰ, ਸਵਾਸਾਂ ਨੂੰ ਸਫਲਾ ਕਰ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।